ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਕਈ ਵਾਰ ਅਧਿਆਤਮਿਕ ਤੌਰ 'ਤੇ ਸੰਗਤਾਂ ਆਪਣੇ ਮਨ ਦੇ ਵਿਚਾਰ ਜਾਂ ਪਰਮਾਰਥ 'ਤੇ ਚੱਲਣ ਲਈ ਅਹਿਮ ਸਵਾਲ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨਾਲ ਸਾਂਝੇ ਕਰਦੀਆਂ ਰਹਿੰਦੀਆਂ ਹਨ। ਭਾਈ ਸਾਹਿਬ ਜੀ ਸਹਿਜ ਸੁਭਾਅ ਉਹਨਾਂ ਸਵਾਲਾਂ ਦੇ ਜਵਾਬ ਗੁਰਮਤਿ ਅਨੁਸਾਰ ਦਿੰਦੇ ਹਨ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਯਤਨ ਕੀਤਾ ਗਿਆ ਹੈ ਉਹਨਾਂ ਸਵਾਲਾਂ ਨੂੰ ਕਿਤਾਬ ਦੇ ਰੂਪ ਵਿੱਚ ਸੰਗਤਾਂ ਦੇ ਸਨਮੁਖ ਭੇਂਟ ਕੀਤਾ ਜਾਵੇ। ਇਸ ਕਿਤਾਬ ਦਾ ਨਾਮ ਹੈ ਜੀਵਨ ਸੇਧਾਂ। ਅਸੀਂ ਉਹਨਾਂ ਸਵਾਲਾਂ ਜਵਾਬਾਂ ਨੂੰ ਆਡੀਓ ਦੇ ਰੂਪ ਵਿੱਚ ਸੰਗਤਾਂ ਦੇ ਸਨਮੁਖ ਭੇਂਟ ਕਰਨ ਜਾ ਰਹੇ ਹਾਂ ਤਾਂ ਜੋ ਸੰਗਤਾਂ ਇਸ ਦਾ ਲਾਹਾ ਲੈ ਸਕਣ। ਸਵਾਲ ਨੰਬਰ 161। ਸਤਿਕਾਰਯੋਗ ਵੀਰ ਜੀ, ਇੱਕ ਸਿਆਣੇ ਅਤੇ ਇੱਕ ਰੰਗੇ ਮਹਾਂਪੁਰਸ਼ ਵਿੱਚ ਕੀ ਫਰਕ ਹੈ? ਜਵਾਬ: ਇੱਕ ਸਿਆਣਾ ਜੰਤਰਾਂ ਮੰਤਰਾਂ ਵਹਿਮਾਂ ਭਰਮਾਂ ਵਿੱਚ ਪਾ ਕੇ ਇੱਕ ਦਾ ਵਿਗਾੜਦਾ ਹੈ ਅਤੇ ਦੂਜੇ ਦਾ ਸਵਾਰਦਾ ਹੈ। ਜਗ ਚਤੁਰ ਸਿਆਣਾ ਭਰਮ ਭੁਲਾਣਾ ਨਾਉ ਪੰਡਤ ਪੜ੍ਹੈ ਗਵਾਰੀ। ਪਰ ਇੱਕ ਨਾਮ ਦੇ ਰੰਗੇ ਹੋਏ ਸੰਤ ਮਹਾਂਪੁਰਸ਼ ਆਪਣੀ ਨਾਮ ਦੀ ਕਮਾਈ ਵਿੱਚੋਂ ਕਿਨਕਾ ਦੇ ਕੇ ਦੁਨੀਆ ਦਾ ਭਲਾ ਕਰਦੇ ਹਨ, ਕਿਸੇ ਦਾ ਕੁਝ ਨਹੀਂ ਵਿਗਾੜਦੇ, ਸਗੋਂ ਨਾਮ ਬਾਣੀ ਦਾ ਨੇਮ ਦੇ ਕੇ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਦੇ ਨੇੜੇ ਕਰ ਦਿੰਦੇ ਹਨ। ਸਵਾਲ ਨੰਬਰ 162। ਸਤਿਕਾਰਯੋਗ ਵੀਰ ਜੀ, ਬਾਬਾ ਨੰਦ ਸਿੰਘ ਜੀ ਸਫੈਦ ਕੱਪੜੇ ਕਿਉਂ ਪਾਉਂਦੇ ਸਨ? ਜਵਾਬ: ਬਾਬਾ ਨੰਦ ਸਿੰਘ ਜੀ ਪਿਆਰ ਵਿੱਚ ਕਹਿੰਦੇ ਸਨ, ਹੇ ਗੁਰੂ ਨਾਨਕ ਪਾਤਸ਼ਾਹ, ਮੈਂ ਤੇਰੀ ਕਿਰਪਾ ਨਾਲ ਸਫੈਦ ਕੱਪੜੇ ਪਾਏ ਹਨ। ਹੇ ਗੁਰੂ ਨਾਨਕ, ਮੈਂ ਤੇਰਾ ਹਾਂ, ਜਿਸ ਤਰ੍ਹਾਂ ਦੇ ਰੰਗ ਵਿੱਚ ਮੈਨੂੰ ਰੰਗਣਾ ਹੈ ਰੰਗ ਲੈ। ਸਵਾਲ ਨੰਬਰ 163। ਸਤਿਕਾਰਯੋਗ ਵੀਰ ਜੀ, ਤੁਸੀਂ ਕਹਿੰਦੇ ਹੋ ਕਿ ਗੁਰਦੁਆਰੇ ਜਾ ਕੇ ਝਾੜੂ ਮਾਰਿਆ ਕਰੋ, ਪਰ ਕਈ ਵਾਰੀ ਦੇਖਿਆ ਹੈ ਕਿ ਉੱਥੇ ਸਫਾਈ ਦੀ ਜ਼ਰੂਰਤ ਨਹੀਂ ਹੁੰਦੀ, ਉਹ ਜਗ੍ਹਾ ਪਹਿਲਾਂ ਹੀ ਸਾਫ਼ ਹੁੰਦੀ ਹੈ। ਜਵਾਬ: ਆਮ ਸੰਗਤ ਇਹ ਸਵਾਲ ਪੁੱਛਦੀ ਹੈ ਕਿ ਸਾਫ਼ ਜਗ੍ਹਾ 'ਤੇ ਝਾੜੂ ਮਾਰੀਏ। ਤੁਸੀਂ ਆਪਣੀ ਹਾਜ਼ਰੀ ਲਗਾਉਣੀ ਹੈ, ਪਤਾ ਨਹੀਂ ਕਿਸ ਟਾਈਮ 'ਤੇ ਕੋਈ ਬਖਸ਼ੀ ਹੋਈ ਰੂਹ ਉੱਥੋਂ ਚੱਲ ਰਹੀ ਹੋਵੇ ਤੇ ਤੁਹਾਡੇ 'ਤੇ ਕਿਰਪਾ ਹੋ ਜਾਵੇ। ਪੰਜਵੇਂ ਪਾਤਸ਼ਾਹ ਜੀ ਦਾ ਵੀ ਗੁਰਬਾਣੀ ਵਿੱਚ ਬਚਨ ਹੈ, ਜਨ ਕੀ ਧੂਰ ਦੇਹੋ ਕਿਰਪਾ ਨਿਤ, ਨਾਨਕ ਕੈ ਸੁਖ ਇਹੀ। ਸਵਾਲ ਨੰਬਰ 164। ਸਤਿਕਾਰਯੋਗ ਵੀਰ ਜੀ, ਨਿਮਰਤਾ ਦਾ ਸਿਖਰ ਕੀ ਹੈ? ਜਵਾਬ: ਬਾਬਾ ਈਸਰ ਸਿੰਘ ਜੀ ਨੂੰ ਕਿਸੇ ਜਗਿਆਸੂ ਨੇ ਬਚਨ ਕੀਤਾ ਸੀ ਕਿ ਨਿਮਰਤਾ ਦਾ ਸਿਖਰ ਕੀ ਹੈ? ਬਾਬਾ ਜੀ ਨੇ ਦ੍ਰਿਸ਼ਟਾਂਤ ਦਿੰਦਿਆਂ ਦੱਸਿਆ ਕਿ ਨਦੀ ਦੇ ਦੋ ਕਿਨਾਰੇ ਹਨ, ਇੱਕ ਉਰਲਾ ਕਿਨਾਰਾ ਹੈ ਅਤੇ ਦੂਸਰਾ ਪਰਲਾ ਕਿਨਾਰਾ ਹੈ। ਫਿਰ ਬਾਬਾ ਜੀ ਨੇ ਆਪਣੇ ਰੁਮਾਲ ਨਾਲ ਉਸ ਸਰੀਰ ਦੇ ਜੋੜੇ ਝਾੜਨੇ ਸ਼ੁਰੂ ਕਰ ਦਿੱਤੇ ਤੇ ਕਿਹਾ, ਇਹ ਨਦੀ ਦਾ ਉਰਲਾ ਕਿਨਾਰਾ ਹੈ, ਭਾਵ ਕਿ ਇਹ ਨਿਮਰਤਾ ਦੀ ਸ਼ੁਰੂਆਤ ਹੈ। ਉਸ ਸਰੀਰ ਨੇ ਪੁੱਛਿਆ ਕਿ ਨਦੀ ਦਾ ਪਰਲਾ ਕਿਨਾਰਾ ਕੀ ਹੈ, ਭਾਵ ਕਿ ਨਿਮਰਤਾ ਦਾ ਸਿਖਰ ਕੀ ਹੈ? ਤਾਂ ਬਾਬਾ ਜੀ ਨੇ ਸੁਮੱਤ ਦਿੰਦਿਆਂ ਦੱਸਿਆ, ਇਸ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ। ਸਵਾਲ ਨੰਬਰ 165। ਸਤਿਕਾਰਯੋਗ ਵੀਰ ਜੀ, ਨਿਰਵੈਰਤਾ ਦੀ ਪੌੜੀ ਕੀ ਹੈ? ਜਵਾਬ: ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਸਾਖੀ ਹੈ। ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਵਿਖੇ ਇੱਕ ਖੇਤ ਦੇ ਕੋਲੋਂ ਲੰਘ ਰਹੇ ਸਨ ਅਤੇ ਉਹਨਾਂ ਵੇਖਿਆ ਇੱਕ ਪਰਿਵਾਰ ਵਿੱਚੋਂ ਛੋਟਾ ਭਰਾ ਆਪਣੇ ਘਰ 'ਚੋਂ ਕਣਕ ਚੁੱਕ ਕੇ ਨਾਲ ਦੇ ਵੱਡੇ ਭਰਾ ਦੇ ਕਣਕ ਦੀ ਢੇਰੀ ਵਿੱਚ ਪਾ ਰਿਹਾ ਸੀ। ਸਤਿਗੁਰੂ ਜੀ ਪੁੱਛਣ ਲੱਗੇ ਕਿ ਤੂੰ ਇਹ ਕੀ ਕਰ ਰਿਹਾ ਹੈ? ਉਹ ਕਹਿਣ ਲੱਗਾ ਕਿ ਜਦੋਂ ਦੀ ਜ਼ਮੀਨ ਵੰਡ ਹੋਈ ਸੀ ਤਾਂ ਵੱਡੇ ਭਰਾ ਨੂੰ ਜ਼ਮੀਨ ਘੱਟ ਮਿਲੀ ਸੀ ਤੇ ਮੈਂ ਸੋਚਦਾ ਹਾਂ ਕਿ ਉਸ ਦੀ ਮਦਦ ਕਰਾਂ। ਜੇ ਮੈਂ ਉਸ ਦੇ ਸਾਹਮਣੇ ਕਣਕ ਦੇਵਾਂ ਤੇ ਉਸਨੇ ਲੈਣੀ ਨਹੀਂ। ਹੁਣ ਉਹ ਕਿਤੇ ਬਾਹਰ ਗਿਆ ਹੈ ਤੇ ਮੈਂ ਸੋਚਦਾ ਹਾਂ ਕਿ ਹੁਣੇ ਹੀ ਕਣਕ ਉਸ ਦੀ ਢੇਰੀ ਵਿੱਚ ਪਾ ਦਿਆਂ ਤਾਂ ਕਿ ਉਸ ਦੇ ਕਿਸੇ ਕੰਮ ਆ ਸਕਾਂ। ਅਗਲੇ ਦਿਨ ਸਤਿਗੁਰੂ ਜੀ ਫਿਰ ਉੱਥੋਂ ਹੀ ਲੰਘੇ ਤਾਂ ਵੱਡਾ ਭਰਾ ਆਪਣੀ ਕਣਕ ਚੁੱਕ ਕੇ ਛੋਟੇ ਭਰਾ ਦੀ ਢੇਰੀ ਵਿੱਚ ਕਣਕ ਪਾਈ ਜਾਵੇ। ਇਹ ਦੇਖ ਕੇ ਸਤਿਗੁਰੂ ਜੀ ਵੱਡੇ ਭਰਾ ਨੂੰ ਪੁੱਛਣ ਲੱਗੇ, ਇਹ ਤੂੰ ਕੀ ਕਰ ਰਿਹਾ ਹੈ? ਉਹ ਕਹਿਣ ਲੱਗਾ, ਨਾਲ ਦੇ ਘਰ ਦੀ ਢੇਰੀ ਮੇਰੇ ਛੋਟੇ ਭਰਾ ਦੀ ਹੈ। ਮੇਰਾ ਮਨ ਕਰਦਾ ਹੈ
ਮੈਂ ਉਸ ਦੇ ਕਿਸੇ ਕੰਮ ਆ ਜਾਵਾਂ। ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਸੁਣਿਆ ਹੈ ਕਿ ਤੇਰੇ ਹਿੱਸੇ ਜ਼ਮੀਨ ਘੱਟ ਆਈ ਹੈ ਤੇ ਤੂੰ ਫਿਰ ਵੀ ਇਸ ਤਰ੍ਹਾਂ ਕਰ ਰਿਹਾ ਹੈ। ਵੱਡਾ ਭਰਾ ਸਤਿਗੁਰੂ ਜੀ ਨੂੰ ਕਹਿਣ ਲੱਗਾ, ਜੀ ਭਾਵੇਂ ਮੇਰੇ ਹਿੱਸੇ ਜ਼ਮੀਨ ਘੱਟ ਆਈ ਹੈ, ਪਰ ਕੋਈ ਵੀ ਰਿਸ਼ਤੇਦਾਰ ਜਿਹੜਾ ਆਉਂਦਾ ਹੈ ਉਹ ਛੋਟੇ ਭਰਾ ਦੇ ਘਰ ਹੀ ਠਹਿਰਦਾ ਹੈ। ਖਰਚਾ ਉਸ ਦਾ ਜ਼ਿਆਦਾ ਹੈ, ਇਸ ਕਰਕੇ ਮੈਂ ਸੋਚਦਾ ਹਾਂ ਕਿ ਮੈਂ ਉਸ ਦੇ ਕੰਮ ਆਵਾਂ। ਉਸ ਨੂੰ ਸਾਹਮਣੇ ਮਦਦ ਦੇਵਾਂ ਤਾਂ ਉਹ ਲੈਂਦਾ ਨਹੀਂ। ਉਹ ਹੁਣ ਬਾਹਰ ਗਿਆ ਹੈ ਤੇ ਮੈਂ ਆਪਣੀ ਢੇਰੀ ਵਿੱਚੋਂ ਕਣਕ ਚੁੱਕ ਕੇ ਉਸ ਦੀ ਕਣਕ ਦੀ ਢੇਰੀ ਵਿੱਚ ਪਾ ਰਿਹਾ ਹਾਂ। ਉਹ ਦੋਹਾਂ ਭਰਾਵਾਂ ਦੀ ਗੱਲ ਸੁਣ ਕੇ ਗੁਰੂ ਸਾਹਿਬ ਭਾਈ ਮਰਦਾਨਾ ਜੀ ਦਾ ਮੋਢਾ ਫੜ ਕੇ ਕਹਿਣ ਲੱਗੇ, 300 ਸਾਲ ਦੇ ਸਿੱਧ ਜਿਹੜੇ ਇਸ ਪੌੜੀ ਤੇ ਨਹੀਂ ਪਹੁੰਚ ਸਕੇ, ਦੋਵੇਂ ਭਰਾ ਉਸ ਪੌੜੀ ਤੇ ਪਹੁੰਚ ਚੁੱਕੇ ਹਨ। ਉਹ ਪੌੜੀ ਕਿਹੜੀ ਹੈ? ਨਿਰਵੈਰਤਾ ਦੀ ਪੌੜੀ। ਇਹੋ ਜਿਹੇ ਨਿਰਵੈਰਾਂ ਦੇ ਪੈਰ ਪੂਜਨਯੋਗ ਹੁੰਦੇ ਹਨ। ਪਵਿੱਤਰ ਗੁਰਬਾਣੀ ਦਾ ਵੀ ਬਚਨ ਹੈ, ਪਾਰ ਬ੍ਰਹਮ ਕੇ ਭਗਤ ਨਿਰਵੈਰ, ਸੋ ਨਿਸਤਰੈ ਜੋ ਪੂਜੈ ਪੈਰ। ਸਵਾਲ ਨੰਬਰ 166। ਸਤਿਕਾਰਯੋਗ ਵੀਰ ਜੀ, ਸਾਡੇ ਨਿਰਮਲ ਕਰਮ ਕਿਵੇਂ ਬਣਨ? ਜਵਾਬ, ਅਸੀਂ ਦੋ ਤਰ੍ਹਾਂ ਦੇ ਕਰਮ ਕਰਦੇ ਹਾਂ। ਪਹਿਲਾ, ਜਦ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਉਸ ਨੂੰ ਨਿਰਮਲ ਕਰਮ ਕਿਹਾ ਜਾਂਦਾ ਹੈ। ਦੂਜਾ, ਜਦ ਕੋਈ ਬੁਰਾ ਕੰਮ ਕਰਦੇ ਹਾਂ ਉਸ ਨੂੰ ਨਿਹਫਲ ਕਰਮ ਕਹਿੰਦੇ ਹਨ। ਨਿਰਮਲ ਕਰਮ ਕਰਨ ਦੇ ਕੁਝ ਤਰੀਕੇ ਹਨ। ਪਹਿਲਾ, ਮਨ ਸਾਡਾ ਜੋ ਆਵਾਜ਼ ਦਿੰਦਾ ਹੈ, ਪਹਿਲੀ ਆਵਾਜ਼ ਮਨ ਦੀ ਆਉਂਦੀ ਹੈ, ਤੁਸੀਂ ਇਹ ਕਦੀ ਨਹੀਂ ਸੁਣਨੀ। ਦੂਸਰੀ ਆਵਾਜ਼ ਬੜੀ ਆਹਿਸਤਾ ਜਿਹੀ ਆਉਂਦੀ ਹੈ, ਉਹ ਹੈ ਆਤਮਾ ਦੀ। ਅਸੀਂ ਆਤਮਾ ਦੀ ਆਵਾਜ਼ ਸੁਣਨੀ ਹੈ, ਇਹ ਹੈ ਸਾਡਾ ਗਿਆਨ। ਦੂਜੀ, ਕੁਝ ਸਮਾਂ ਸਿਮਰਨ ਤੇ ਧਿਆਨ ਵਿੱਚ ਬੈਠੋ, ਇਸ ਨਾਲ ਆਤਮਾ ਹੋਰ ਮਜ਼ਬੂਤ ਹੋਵੇਗੀ। ਜਿਸ ਤਰ੍ਹਾਂ ਘੜੀ ਨੂੰ ਚਾਬੀ ਦਿਓ, ਉਹ ਕਾਫੀ ਦੇਰ ਚੱਲਦੀ ਰਹਿੰਦੀ ਹੈ, ਪਰ ਕੁਝ ਸਮੇਂ ਬਾਅਦ ਫਿਰ ਚਾਬੀ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਜਦ ਤੁਸੀਂ ਧਿਆਨ ਵਿੱਚ ਬੈਠੋਗੇ ਤਾਂ ਆਤਮਾ ਨੂੰ ਸ਼ਕਤੀ ਮਿਲੇਗੀ ਤੇ ਪਾਪ ਸੜਨਗੇ। ਤੀਜੀ, ਭਗਤੀ ਵਿੱਚ ਰੰਗੇ ਹੋਏ ਮਹਾਂਪੁਰਸ਼ਾਂ ਦਾ ਇਤਿਹਾਸ ਪੜ੍ਹੋ, ਮਹਾਂਪੁਰਸ਼ਾਂ ਦੀ ਸੰਗਤ ਕਰੋ, ਨਾਮ ਦੇ ਛਿੱਟੇ ਪੈ ਜਾਣਗੇ। ਨਿਰਮਲ ਕਰਨੀ ਬਣਨੀ ਸ਼ੁਰੂ ਹੋ ਜਾਵੇਗੀ। ਗੁਰਵਾਕ ਹੈ, ਪਾਰ ਬ੍ਰਹਮ ਸਿਉ ਲਾਗੀ ਪ੍ਰੀਤ, ਨਿਰਮਲ ਕਰਨੀ ਸਾਚੀ ਰੀਤ। ਸਵਾਲ ਨੰਬਰ 167। ਸਤਿਕਾਰਯੋਗ ਵੀਰ ਜੀ, ਜਪਜੀ ਸਾਹਿਬ ਦੀ ਬਾਣੀ ਵਿੱਚ ਕੀ ਬਖਸ਼ਿਸ਼ ਹੈ? ਜਵਾਬ, ਗੁਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਦੀ ਇੱਕ ਸਾਖੀ ਸਾਹਮਣੇ ਆਉਂਦੀ ਹੈ। ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਕੋਈ ਸਿੱਖ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਚਿੱਤ ਜੋੜ ਕੇ ਸੁਣਾਏ। ਸੁਧ ਸੁਣਾਏ ਰਿਝਾਵਹਿ ਮੋਹੀ, ਮਨ ਬਾਂਛਤ ਫਲ ਪ੍ਰਾਪਤ ਹੋਹੀ। ਭਾਈ ਗੋਪਾਲਾ ਜੀ ਨੇ ਜਦੋਂ ਚਿੱਤ ਜੋੜ ਕੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਗੁਰੂ ਸਾਹਿਬ ਨੂੰ ਸਰਵਣ ਕਰਵਾਇਆ ਤਾਂ ਛੇਵੇਂ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਗੁਰਗੱਦੀ ਦੇਣ 'ਤੇ ਮਨ ਬਣਾ ਲਿਆ ਸੀ। ਇਸ ਤੋਂ ਵੱਡਾ ਮਹਾਤਮ ਹੋਰ ਕੀ ਹੋ ਸਕਦਾ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਹੀ ਸਭ ਤੋਂ ਉੱਤਮ ਹੈ। ਜਪਜੀ ਸਾਹਿਬ ਦੀ ਬਾਣੀ ਨਾਲ ਦਸਮ ਦੁਆਰ ਖੁੱਲ੍ਹਦੇ ਹਨ, ਅਗਲੀਆਂ ਮੰਜ਼ਲਾਂ ਮਿਲਦੀਆਂ ਹਨ। ਇਹ ਬਾਣੀ ਸਾਡੇ ਪਰਦੇ ਵੀ ਢੱਕਦੀ ਹੈ। ਬਾਣੀ ਪੜ੍ਹਨ ਨਾਲ ਸਰੀਰ ਨੂੰ ਬਲ ਵੀ ਮਿਲਦਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਹਨ, ਜੇ ਸਿੱਖ ਜਪਜੀ ਸਾਹਿਬ ਦੀ ਬਾਣੀ ਨਾਲ ਪ੍ਰੀਤ ਪਾ ਲਵੇ ਤਾਂ ਉਸ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਦਰਗਾਹ ਵਿੱਚ ਵੀ ਨਿਸੰਗ ਹੋ ਕੇ ਜਾਂਦਾ ਹੈ। ਅਬ ਸੁਣੀਏ ਇੱਕ ਜਪ ਪੜ੍ਹੈ, ਸਤਿਗੁਰ ਸਿੱਖ ਕੇ ਸੰਗ, ਭੁਗਤ ਮੁਕਤ ਬਖਸ਼ੀ ਗੁਰੂ, ਦਰਗਹਿ ਜਾਹੇ ਨਿਸੰਗ। ਜਪਜੀ ਸਾਹਿਬ ਬਾਰੇ ਕਲਗੀਧਰ ਪਿਤਾ ਨੇ ਵਡਿਆਈ ਕਰਦੇ ਕਰਦੇ ਇਹ ਵੀ ਕਹਿ ਦਿੱਤਾ, ਭਾਈ ਜਿਵੇਂ ਠਾਕੁਰ ਨੇ ਧੰਨੇ ਦੀਆਂ ਗਊਆਂ ਚਾਰੀਆਂ, ਗੁਰੂ ਨਾਨਕ ਸਤਿਗੁਰੂ ਵੀ ਤੇਰੇ ਸਾਰੇ ਕੰਮ ਸਵਾਰੇਗਾ ਜੇ ਤੂੰ ਜਪਜੀ ਸਾਹਿਬ ਨਾਲ ਪ੍ਰੀਤ ਕਰ ਲਵੇਂ। ਜਿਉ ਧੰਨੇ ਕੇ ਧੇਨ ਕੇ, ਠਾਕੁਰ ਚਾਰੈ ਨਿਤ, ਕਰ ਪ੍ਰਤੀਤ ਨਿਤ ਜਪ ਪੜੈ, ਤਿਮ ਤਿਹ ਸਤਿਗੁਰ ਮਿਤ। ਸਵਾਲ ਨੰਬਰ 168। ਸਤਿਕਾਰਯੋਗ ਵੀਰ ਜੀ, ਸਭ ਤੋਂ ਵੱਡੀ ਅਸੀਸ ਕਿਹੜੀ ਹੈ? ਜਵਾਬ, ਮਹਾਂਪੁਰਸ਼ ਬਚਨ ਕਰਦੇ ਸਨ
ਕਿ ਵਿਧਵਾ ਬੀਬੀ ਦੀ ਅਸੀਸ ਲੈਣੀ ਪੁੰਨਾਂ ਵਿੱਚੋਂ ਉੱਤਮ ਪੁੰਨ ਹੈ। ਜਿਸ ਦੇ ਸਿਰ 'ਤੇ ਸਾਈਂ ਨਹੀਂ ਹੁੰਦਾ, ਜਦ ਉਸ ਦੀ ਲੋੜ ਅਨੁਸਾਰ ਤੁਸੀਂ ਕੋਈ ਵੀ ਮਦਦ ਕਰਦੇ ਹੋ, ਪੈਸੇ ਵੱਲੋਂ ਜਾਂ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਦੇ ਹੋ ਜਾਂ ਉਸ ਦੇ ਘਰ ਰਾਸ਼ਨ ਪਾ ਦਿੰਦੇ ਹੋ, ਤਾਂ ਉਸ ਬੀਬੀ ਦੁਆਰਾ ਦਿੱਤੀ ਗਈ ਅਸੀਸ ਸਭ ਤੋਂ ਵੱਡੀ ਅਸੀਸ ਹੁੰਦੀ ਹੈ। ਸਭ ਦਾਨਨ ਤੇ ਉੱਤਮ ਦਾਨ, ਜਿਸਕੇ ਦੀਏ ਬਚਤ ਹੈ ਪ੍ਰਾਨ। ਸਵਾਲ ਨੰਬਰ 169। ਪਰਉਪਕਾਰ ਕਿਤਨੀ ਤਰ੍ਹਾਂ ਦਾ ਹੁੰਦਾ ਹੈ? ਜਵਾਬ: ਪਰਉਪਕਾਰ 3 ਤਰ੍ਹਾਂ ਦਾ ਹੁੰਦਾ ਹੈ। ਇਨ੍ਹਾਂ 3 ਪਰਉਪਕਾਰਾਂ ਵਿੱਚੋਂ ਸਾਡੇ ਵਿੱਚ ਕਿਹੜਾ ਪਰਉਪਕਾਰ ਨਹੀਂ ਆਇਆ, ਆਪਣੇ ਅੰਦਰ ਝਾਤੀ ਮਾਰਨਾ। ਪਹਿਲਾ ਪਰਉਪਕਾਰ ਸਿੱਖ ਨੇ ਆਪਣੇ ਆਪ 'ਤੇ ਕਰਨਾ ਹੈ। ਉਹ ਕਿਵੇਂ? ਅੰਮ੍ਰਿਤ ਛਕਿਆ ਹੈ ਕਿ ਨਹੀਂ? ਕਲਗੀਧਰ ਦੇ ਬੇੜੇ ਵਿੱਚ ਬੈਠੇ ਹੋ ਕਿ ਨਹੀਂ? ਆਪਣਾ ਮਨ ਬਣਾਓ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਪਹਿਲਾ ਪਰਉਪਕਾਰ ਆਪਣੇ 'ਤੇ ਕਰੋ। ਗੁਰੂ ਦੀ ਮੋਹਰ ਲਵਾ ਕੇ ਪੀਓ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਦੂਸਰਾ ਪਰਉਪਕਾਰ ਕਿਸੇ ਦੇ ਪਰਦੇ ਕੱਜਣਾ। ਜਿਸ ਦਿਨ ਤੁਹਾਡੇ ਹਿੱਸੇ ਵਿੱਚ ਇਹ ਦੂਜਾ ਪਰਉਪਕਾਰ ਆ ਗਿਆ, ਤੁਹਾਡੀ ਰੋਜ਼ ਅਰਦਾਸ ਵਿੱਚ ਵੀ ਹਾਜ਼ਰੀ ਲੱਗਿਆ ਕਰੇਗੀ। ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੋ ਕਿਸੇ ਦੇ ਔਗਣ ਜਾਣ ਬੁੱਝ ਕੇ ਥਾਂ ਥਾਂ ਨਾ ਦੱਸੋ, ਫਿਰ ਤੁਹਾਡੇ 'ਤੇ ਗੁਰੂ ਦੀ ਬਖਸ਼ਿਸ਼ ਹੈ, ਖੁਸ਼ੀ ਹੈ। ਇਹ ਦੂਜਾ ਪਰਉਪਕਾਰ ਹੈ, ਕਿਸੇ ਦੇ ਪਰਦੇ ਕੱਜਣਾ। ਤੀਸਰਾ ਪਰਉਪਕਾਰ ਕਿਸੇ ਟੁੱਟੇ ਹੋਏ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨਾ। ਬਾਬਾ ਈਸਰ ਸਿੰਘ ਜੀ ਬਚਨ ਕਰਦੇ ਸਨ, ਇੱਕ ਸਿੱਖ ਘੱਟ ਤੋਂ ਘੱਟ 5 ਸਰੀਰਾਂ ਨੂੰ ਪ੍ਰੇਰਨਾ ਦੇ ਕੇ ਜ਼ਰੂਰ ਗੁਰੂ ਵਾਲਾ ਬਣਾਵੇ, ਅੰਮ੍ਰਿਤ ਛਕਾਵੇ। ਇਹ ਸਿੱਖੀ ਫਿਰ ਬੜੀ ਤੇਜ਼ੀ ਨਾਲ ਫੈਲ ਸਕਦੀ ਹੈ। ਬਾਬਾ ਜੀ ਕਹਿੰਦੇ ਸਨ, ਹਰ ਸਿੱਖ ਪ੍ਰਚਾਰਕ ਬਣੇ। ਇਸ ਨੂੰ ਤੀਜਾ ਪਰਉਪਕਾਰ ਕਹਿੰਦੇ ਹਨ। ਕਿਸੇ ਟੁੱਟੇ ਹੋਏ ਨੂੰ ਪ੍ਰੇਰਨਾ ਦੇ ਕੇ ਗੁਰੂ ਨਾਨਕ ਨਾਲ ਜੋੜ ਦੇਣਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਫੁਰਮਾਨ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਸ ਲਈ ਜੋ ਆਪ ਜੁੜਦਾ ਹੈ ਤੇ ਟੁੱਟਿਆਂ ਹੋਇਆਂ ਨੂੰ ਪ੍ਰੇਰਨਾ ਦੇ ਕੇ ਜੋੜਦਾ ਹੈ, ਇਹ ਹੈ ਤੀਸਰਾ ਪਰਉਪਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।